वाले ने। किसने? हाँ जी सरदार जी, आपने गुड़िया में अंदर जाने से रोका, क्या कारण है? ये फ्लैश है नहीं क्यों? नहीं इंडिया नहीं आए? ये पंजाब भाई साहब इंडिया नहीं आए? हाँ करिए रिकॉर्डिंग करिए। रिकॉर्डिंग से क्या था? नहीं मैं पूछो। इंडिया नहीं है, ये गोल्डन टेम्पल है। आप हमारे पाकिस्तान पे आए हो या इंडिया में आए हो? इंडिया बकवास बात बोल रहे हो आप तो बहुत। आपकी बात कौन सी थी? और क्या? इंडिया नहीं है, इंडिया नहीं है। बकवास की बात कौन सी है? आप ये गुस्सा क्यों कर रहे हैं? बताओ भाई साहब, ये धार्मिक तरीके से बात करो। बकवास की बात कौन सी है? बकवास क्यों बोले? आप इंडिया में गलत क्यों कर रहे हैं? बकवास क्यों बोले? ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਟਾਸਕ ਫੋਰਸ ਹਮੇਸ਼ਾ ਹੀ ਵਿਵਾਦਾਂ ਵਿੱਚ ਨਜ਼ਰ ਆਉਂਦੀ ਹੈ। ਬੀਤੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ SGPC ਦੀ ਟਾਸਕ ਫੋਰਸ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਜਾ ਰਹੇ ਹਨ। ਟਾਸਕ ਫੋਰਸ ਵੱਲੋਂ ਇੱਕ ਸੈਲਾਨੀ ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਨਹੀਂ ਦਿੱਤਾ ਗਿਆ, ਕਿਉਂਕਿ ਉਸਨੇ ਆਪਣੇ ਮੂੰਹ ਤੇ ਤਿਰੰਗਾ ਝੰਡਾ ਬਣਾਇਆ ਹੋਇਆ ਸੀ। ਇਸ ਘਟਨਾ ਨੂੰ ਲੈ ਕੇ ਟਾਸਕ ਫੋਰਸ ਦੇ ਬਚਾਅ ਵਿੱਚ SGPC ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਆਪਣਾ ਬਿਆਨ ਜਾਰੀ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜਾਣਬੁੱਝ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਾਣਬੁੱਝ ਕੇ ਹੀ ਖਾਲਿਸਤਾਨ ਦਾ ਨਾਮ ਸਿੱਖ ਕੌਮ ਦੇ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੋ ਟਾਸਕ ਫੋਰਸ ਦੇ ਨੁਮਾਇੰਦਿਆਂ ਵੱਲੋਂ ਕੀਤਾ ਗਿਆ ਹੈ, ਸਿਰਫ ਗੁਰੂ ਮਹਾਰਾਜ ਦੀ ਬੇਅਦਬੀ ਤੋਂ ਰੋਕਣ ਲਈ ਕੀਤਾ ਗਿਆ ਹੈ। ਸਾਹਿਬ ਕੀ ਮਸਲਾ ਸੀ ਰਾਤ ਇੱਕ ਲੜਕੀ ਨੂੰ ਹਰਿਮੰਦਰ ਸਾਹਿਬ ਜਾਣ ਤੋਂ ਰੋਕਿਆ ਗਿਆ, ਰਾਸ਼ਟਰੀ ਸੁਖੀ ਤੇ ਚਿਹਰੇ ਦੇ ਉੱਪਰ ਜਿਹੜਾ ਤਿਰੰਗੇ ਦੇ ਸਟicker ਬਣੇ ਹੋਏ ਸੀਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਅਫਸੋਸ ਹੈ ਇਸ ਗੱਲ ਦਾ ਕਿ ਇੱਕ ਜਿਹੜਾ ਟਵੀਟ ਆਇਆ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿ ਦਿਆਂ ਕਿ ਇਹ ਜਿਹੜੇ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਅਸੀਂ ਸਾਰੇ ਸ਼ਾਮਲ ਹਾਂ, ਹਰ ਸਿੱਖ ਹੀ ਉਸ ਵਿੱਚ ਸ਼ਾਮਲ ਹੈ, ਪਰ ਕਿਉਂਕਿ ਸਾਡੀ ਸੇਵਾਦਾਰ ਦੇ ਤੌਰ 'ਤੇ ਡਿਊਟੀ ਲੱਗੀ ਆ, ਇਸ ਗੱਲ ਲਈ ਅਸੀਂ ਪਹਿਲਾਂ ਵੀ ਇਸ ਗੱਲ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਅਤੇ ਕਰ ਰਹੇ ਹਾਂ ਕਿ ਕੋਈ ਵੀ ਦੁਨੀਆ ਦੇ ਕਿਸੇ ਕੋਨੇ ਵਿੱਚ ਕਿਸੇ ਵੀ ਧਰਮ ਦਾ, ਕਿਸੇ ਵੀ ਦਿਸ਼ਾ, ਕਿਸੇ ਵੀ ਜਾਤ ਦਾ ਨਾਲ ਸੰਬੰਧਿਤ ਕੋਈ ਵੀ ਸ਼ਰਧਾਲੂ ਦੇ ਤੌਰ 'ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ 'ਚ ਆਉਂਦਾ, ਸਾਡੇ ਲਈ ਸਤਿਕਾਰਯੋਗ ਆ, ਨਤਮਸਤਕ ਆ, ਉਹਦੇ ਚਰਨਾਂ ਵਿੱਚ ਨਮਸਕਾਰ ਆ। ਉਹ ਇੱਥੇ ਆ ਕੇ ਕੀ ਕਰਦਾ, ਉਹ ਬਾਅਦ ਦੀਆਂ ਗੱਲਾਂ ਨੇ। ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀ ਲੋਕਾਂ ਨੇ ਇਸ ਤਰ੍ਹਾਂ ਦੇ ਇੱਥੇ ਆਯੋਜਨ ਕੀਤੇ। ਤੁਸੀਂ ਜਾਣਦੇ ਹੋ ਕਿ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਜਗਦੀਸ਼ ਟਰੈਕਟਰ ਨਾਂ ਦਾ ਬੰਦਾ ਉਸ ਵਿੱਚ ਪੂਰਨ ਤੌਰ 'ਤੇ ਦੋਸ਼ੀ ਹੈ। ਉਸ ਸਮੇਂ ਦੀਆਂ ਸਰਕਾਰਾਂ ਨੇ ਉਹਨੂੰ ਬਚਾਇਆ। ਉਸ ਦੇ ਬਾਰੇ ਦੇ ਵਿੱਚ ਇੱਕ ਵਿਅਕਤੀ ਆਉਂਦਾ, ਆਪਣੇ ਬੰਦਿਆਂ ਨੂੰ ਬਾਹਰ ਰੱਖਦਾ ਅਤੇ ਉਹ ਸਰੋਵਰ 'ਚ ਇਸ਼ਨਾਨ ਕਰਦਾ ਅਤੇ ਉੱਥੇ ਇੱਕ ਟੀ-ਸ਼ਰਟ ਪਾਉਂਦਾ। ਉਹ ਟੀ-ਸ਼ਰਟ ਦੇ ਉੱਤੇ ਜਗਦੀਸ਼ ਟਰੈਕਟਰ ਜਿਹੜਾ ਸਿੱਖਾਂ ਦਾ ਕਾਤਲ ਹੈ ਉਹਦੀ ਤਸਵੀਰ ਹੁੰਦੀ ਆ। ਉਹ ਉੱਥੇ ਇਸ਼ਨਾਨ ਕਰਕੇ ਫੋਟੋ ਕਰਕੇ, ਜਿਹਦੇ ਵਿੱਚ ਦਰਬਾਰ ਸਾਹਿਬ ਦੀ ਫੋਟੋ ਹੁੰਦੀ ਆ, ਤਾਂ ਉੱਤੋਂ ਦੀ ਉਹ ਆਪਣੀ ਟੀ-ਸ਼ਰਟ ਪਾ ਲੈਂਦਾ ਅਤੇ ਬਾਹਰ ਚਲਾ ਜਾਂਦਾ। ਤੁਸੀਂ ਇਹ ਦੇਖੋ ਕਿ ਉਹ ਇੱਕ ਸਿੱਖ ਸੀਗਾ, ਉਸ ਦੀ ਮਨ ਦੀ ਮਨਸ਼ਾ ਕਿਸ ਤਰ੍ਹਾਂ ਦੀ ਸੀ, ਉਸ ਗੱਲ ਬਾਰੇ ਕਦੇ ਸ਼ਾਇਦ ਕਿਸੇ ਨੇ ਨਹੀਂ ਸੋਚਿਆ। ਦੂਸਰੀ ਗੱਲ ਕਿ ਇੱਥੇ ਕਈ ਤਰ੍ਹਾਂ ਦੀਆਂ ਜਿਹੜੀਆਂ ਫੋਟੋਗ੍ਰਾਫੀ ਕਰਕੇ, ਕਿਉਂਕਿ ਜਿਹੜਾ ਧਾਰਮਿਕ ਸਥਾਨ ਹੈ ਕੋਈ ਵੀ ਕਿਸੇ ਧਰਮ ਦਾ, ਉਹਨਾਂ ਦੀ ਇੱਕ ਮਰਜ਼ਾਦਾ ਹੁੰਦੀ ਹੈ। ਸੋ ਇਸ ਮਰਜ਼ਾਦਾ ਦੇ ਵਿੱਚ ਆਉਂਦਾ ਹੈ ਕਿ ਅਸੀਂ ਇੱਥੋਂ ਦਾ ਇੱਥੇ ਪਹਿਰਾਵਾ ਠੀਕ ਰੱਖੀਏ, ਇੱਥੇ ਕੋਈ ਨਸ਼ਾ ਕਰਕੇ ਨਾ ਆਵੇ, ਨਸ਼ਾ ਲੈ ਕੇ ਨਾ ਆਵੇ। ਇਸ ਕਰਕੇ ਜਿਹੜੇ ਸਾਡੇ ਅਧਿਕਾਰੀ ਸਾਹਿਬਾਨ ਹੈ, ਜਿਹੜੇ ਸਾਡੇ ਪਹਿਰੇਦਾਰ ਨੇ, ਉਹ ਇਸ ਗੱਲ ਲਈ ਸੁਚੇਤ ਕਰਦੇ ਆ। ਸੋ ਪਿਛਲੇ ਦਿਨਾਂ 'ਚ ਵਾਪਰੀਆਂ ਘਟਨਾਵਾਂ ਦੇ ਤੌਰ 'ਤੇ ਇੱਥੇ ਇੱਕ ਜ਼ਿੰਮੇਵਾਰ ਜਿਹੜਾ ਪ੍ਰਬੰਧਕ ਨੌਜਵਾਨ ਸੀ, ਉਸਨੇ ਇਸ ਗੱਲ ਬਾਰੇ ਜ਼ਰੂਰ ਉਹਨਾਂ ਦੇ ਨਾਲ ਇਸ ਗੱਲ ਦਾ ਆਰਗੂ ਕੀਤਾ, ਪਰ ਉਹਨਾਂ ਵੱਲੋਂ ਪ੍ਰਵੋਕ ਕਰਨ ਤੋਂ ਬਾਅਦ ਉਸ ਅਧਿਕਾਰੀ ਵੱਲੋਂ ਕੁਝ ਗੱਲਾਂ ਬੋਲੀਆਂ ਗਈਆਂ। ਮੈਂ ਖੁੱਲ੍ਹੇ ਦਿਲ ਨਾਲ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ, ਜੇ ਕਿਸੇ ਵੀ ਯਾਤਰੂ ਦੇ ਮਨ ਦੇ ਵਿੱਚ ਉਸ ਦੇ ਨਾਲ ਦੁਰਵਿਵਹਾਰ ਦੀ ਗੱਲ ਆਈ ਆ, ਤਾਂ ਉਸ ਗੱਲ ਲਈ ਮੈਂ ਜਨਰਲ ਸੈਕਟਰੀ ਹੋਣ ਦੇ ਨਾਤੇ ਮਾਫੀ ਮੰਗਦਾ। ਇੱਕ ਗੱਲ। ਦੂਸਰੀ ਗੱਲ, ਇਹ ਟਵੀਟ ਕਰਨ ਵਾਲੇ ਲੋਕਾਂ ਦੀ ਮਨਸ਼ਾ ਕੀ ਹੈ ਅਤੇ ਉਹ ਟਵੀਟ ਤੋਂ ਬਾਅਦ ਉਹਦੇ ਜਵਾਬ ਕਿਸ ਤਰ੍ਹਾਂ ਦਿੱਤੇ ਜਾ ਰਹੇ ਨੇ। ਮੈਨੂੰ ਲੱਗਦਾ ਕਿ ਮੇਰਾ ਜਿਹੜਾ ਸਿਰ ਹੈ ਉਹ ਸ਼ਰਮ ਨਾਲ ਝੁਕਦਾ, ਕਿਉਂਕਿ ਇਸ ਦੇਸ਼ 'ਚ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ। ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਸ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਇਸੇ ਉਸ ਗੁਰੂ ਧਾਮ ਜਿਹਨੂੰ ਇਹ ਖਾਲਿਸਤਾਨ ਦੀ ਕਾਬਜ਼ ਹੋਣ ਦੀ ਗੱਲ ਕਰਦੇ ਆ, ਉਹਨਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ। ਕੀ ਉਹ ਜਾਣਦੇ ਨੇ ਇਹ ਲੋਕ ਕਿ ਇਸ ਤਿਰੰਗੇ ਨੂੰ ਅੱਜ ਇਹ ਦੁਨੀਆ ਦੇ ਵਿੱਚ ਸਨਮਾਨ ਮਿਲਦਾ, ਉਹਦਾ ਕਾਰਨ ਕੌਣ ਹੈ? 100 ਦੇ ਵਿੱਚੋਂ 90 ਸਿਰ ਕਿਹਨੇ ਦਿੱਤੇ? ਇਸ ਗੱਲ ਦਾ ਟਵੀਟ ਕੋਈ ਕਰੇਗਾ? ਹਿੰਮਤ ਹੈ? ਇਹਦੇ 'ਚ ਮਨਸ਼ਾ ਮਾੜੀ ਹੈ, ਇਹਦੇ 'ਚ ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਸਿੱਖਾਂ ਦੇ ਧਾਰਮਿਕ ਪ੍ਰਬੰਧ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਮੈਂ ਚਾਹਾਂਗਾ ਕਿ ਜਿਹੜੇ ਲੋਕ ਅੱਜ ਟਵੀਟ ਕਰਕੇ ਇਸ 'ਤੇ ਸਵਾਲ ਕਰ ਰਹੇ ਨੇ, ਉਹ ਆਪਣੇ ਅੰਦਰ ਝਾਤੀ ਮਾਰਨ ਕਿ ਇਸ ਦੇਸ਼ ਨੂੰ ਆਜ਼ਾਦ ਕਿਹਨਾਂ ਨੇ ਕਰਵਾਇਆ। ਇਸ ਦੇਸ਼ ਦੇ ਆਗੂ ਜਿਹਨੂੰ ਮਹਾਤਮਾ ਗਾਂਧੀ ਮੰਨਦੇ ਆ, ਜਿਹਦੇ 'ਤੇ ਰਾਜਘਾਟ 'ਤੇ ਜਾ ਕੇ ਜਿਹਨੂੰ ਸਿਰ ਝੁਕਾਉਂਦੇ ਨੇ ਇੱਥੋਂ ਦੇ ਰਾਜਨੀਤਿਕ ਲੋਕ, ਉਹ ਗਾਂਧੀ ਨੇ ਇਹ ਗੱਲ ਕਹਿਤੀ ਸੀ ਕਿ ਇਸੇ ਦਰਬਾਰ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ਾਂ ਤੋਂ ਜਿਹੜੇ ਗੁਰਦੁਆਰੇ ਆਜ਼ਾਦ ਕਰਵਾਏ ਸੀ, ਅਤੇ ਉਹਨਾਂ ਨੇ ਇਹ ਗੱਲ ਕਹੀ ਸੀ, ਇਹ ਗੱਲ ਸੁਣ ਲੈਣ ਅਤੇ ਪੜ੍ਹ ਲੈਣ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਆ।
ਇਸ ਗੱਲ ਨੂੰ ਕਿਸੇ ਨੇ ਸੋਚਿਆ? ਇਹ ਗੱਲ ਸੋਚੀ ਕਿਸੇ ਨੇ? ਕਦੇ ਕਹੀ ਕਿਸੇ ਨੇ ਕਿ ਇਹ ਇੱਕ ਐਸਾ ਸਥਾਨ ਹੈ? ਮੇਰੀ ਇਹ ਗੱਲ ਕਹਿਣ ਤੇ ਕਿਸੇ ਨੂੰ ਇਤਰਾਜ਼ ਹੋਵੇ ਤੇ ਕੋਈ ਗੱਲ ਨਹੀਂ, ਪਰ ਮੇਰੇ ਮਨ 'ਚ ਭਾਵਨਾ ਗਲਤ ਨਹੀਂ ਹੈ, ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਇਹ ਜਿਹੜਾ ਕਨਸੈਪਟ ਹੈ, ਇਸ ਕਨਸੈਪਟ ਦੀ ਕੋਈ ਕਦਰ ਕਰਕੇ ਟਵੀਟ ਕਰੇਗਾ? ਇਸ ਦੇਸ਼ ਦੇ ਅੰਦਰ ਬੜੇ ਕਿ ਨਾ ਮੰਦਰ ਨੇ, ਰੱਬ ਦੇ ਮੰਦਰ ਨੇ, ਭਗਵਾਨ ਦੇ ਮੰਦਰ ਨੇ, ਉਹਨਾਂ ਮੰਦਰਾਂ ਦੇ ਬਾਹਰ ਬੋਰਡ ਲੱਗੇ ਦਿਖਾਈ ਨਹੀਂ ਦੇ ਰਹੇ ਜਿੱਥੇ ਕਹਿੰਦੇ ਆ ਕਿ ਕਿਸੇ ਦੂਸਰੇ ਧਰਮ ਦਾ ਬੰਦਾ ਇੱਥੇ ਆ ਨਹੀਂ ਸਕਦਾ? ਕੀ ਕਿਸੇ ਧਰਮ ਦੇ ਧਾਰਮਿਕ ਸਥਾਨਾਂ 'ਤੇ ਜਾਣ 'ਤੇ ਰੋਕ ਆ? ਕਿਸੇ ਔਰਤ ਨੂੰ ਰੋਕ ਆ? ਕਿਸੇ ਦਲਿਤ ਨੂੰ ਰੋਕ ਆ? ਇੱਥੋਂ ਦਾ ਰਾਸ਼ਟਰਪਤੀ ਸ਼ਰਮਨਾਕ ਹੋ ਗਿਆ, ਉਹਨੂੰ ਮੰਦਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਲੋਕ ਇਹ ਗੱਲ ਸਮਝਣਗੇ ਜਿਹੜੇ ਸਾਨੂੰ ਖਾਲਿਸਤਾਨ ਦੀ ਗੱਲ ਕਰਦੇ ਨੇ, ਜਦੋਂ ਕਿ ਤੁਹਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ, ਮੈਂ ਖਾਲਿਸਤਾਨ ਦੇ ਨਾਲ ਸਮਰਥਕ ਨਹੀਂ ਹਾਂ, ਪਰ ਤੁਹਾਡੇ ਦੇਸ਼ ਦਾ ਸੰਵਿਧਾਨ ਕਹਿੰਦਾ, ਇਸ ਸੰਵਿਧਾਨ ਦੇ ਵਿੱਚ ਵੋਟਾਂ ਚੁਣ ਕੇ ਆਇਆ ਸਿਮਰਜੀਤ ਸਿੰਘ ਮਾਨ ਖਾਲਿਸਤਾਨ ਦੀ ਗੱਲ ਕਰਦਾ। ਮਾੜੀ ਮੋਟੀ ਸ਼ਰਮ ਕਰੋ। ਸਿੱਖਾਂ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਦੀ ਭੱਦੀ ਭਾਸ਼ਾ ਨਾ ਵਰਤੋ। ਇਸ ਦੇਸ਼ ਨੂੰ ਸਿੱਖਾਂ ਨੇ ਇੱਥੇ ਖੜਾ ਕੀਤਾ, ਸਿੱਖਾਂ ਨੇ ਇਹਨੂੰ ਆਜ਼ਾਦ ਰੱਖਿਆ। ਅੱਜ ਬਾਰਡਰ ਤੇ ਚਾਈਨਾ ਦੇ ਬਾਰਡਰ 'ਤੇ ਲੋੜ ਪੈਂਦੀ ਹੈ ਤੇ ਕੌਣ ਜਾਂਦਾ? ਉਹ ਸਿੱਖ ਹੈ, ਉਹ ਖਾਲਿਸਤਾਨੀ ਹੈ। ਇੱਥੇ ਇੱਕ ਨੌਜਵਾਨ ਜਿਹੜਾ ਪੰਜਾਬ ਦਾ ਅਜੇ ਉਹਦੇ ਹੱਥੋਂ ਕੈਚ ਛੁੱਟ ਜਾਂਦਾ, ਸ਼ਰਮ ਕਰੋ। ਉਸ ਨੌਜਵਾਨ ਜਿਹਨੇ ਇੰਡੀਆ ਦੀ ਟੀਮ ਨੂੰ ਕਈ ਵਾਰ ਜਿਤਾਇਆ, ਉਸ ਨੂੰ ਤੁਸੀਂ ਖਾਲਿਸਤਾਨੀ ਦਾ ਗਰਦਾਨਤਾ? ਕੌਣ ਲੋਕ ਹੋ ਤੁਸੀਂ? ਤੁਸੀਂ ਇਹ ਦੇਸ਼ ਦੇ ਗਦਾਰ ਹੋ ਜਿਹੜੇ ਅੱਜ ਸਿੱਖਾਂ ਨੂੰ ਖਾਲਿਸਤਾਨੀ ਦਾ ਨਾਂ ਦੇ ਕੇ ਵੱਖਵਾਦ ਦੀ ਗੱਲ ਕਰਦੇ ਹੋ। ਸ਼ਰਮ ਹੋਣੀ ਚਾਹੀਦੀ ਹੈ ਸਾਨੂੰ ਇਸ ਗੱਲ 'ਤੇ ਕਿ ਇੱਕ ਅਧਿਕਾਰੀ ਵੱਲੋਂ ਇਸ ਪ੍ਰਕਾਸ਼ਨ ਦੇ ਤੌਰ 'ਤੇ ਇਹ ਗੱਲ ਕੀਤੀ ਗਈ ਹੈ। ਮੈਂ ਫਿਰ ਇਹ ਕਹਿਣਾ, ਜਿਹੜਾ ਵੀ ਕੋਈ ਸ਼ਰਧਾਲੂ ਇੱਥੇ ਆਉਂਦਾ, ਇਸ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਦਾ ਪਰਿਵਾਰ ਦਾ ਬੱਚਾ ਜਿਹੜਾ ਉਹ ਰਾਹੁਲ ਗਾਂਧੀ, ਉਹ ਇੱਥੇ ਦੱਸ ਕੇ ਵੀ ਆਇਆ ਤੇ ਕਹਿੰਦੇ ਆ ਦੱਸਣ ਤੋਂ ਬਗੈਰ ਵੀ ਆਇਆ, ਕਿਸੇ ਨੂੰ ਰੋਕਿਆ ਨਹੀਂ। ਅਸੀਂ ਇੱਥੇ ਕੋਈ ਬੰਦਿਸ਼ ਨਹੀਂ ਹੈਗੀ। ਇਸ ਗੱਲ ਦਾ ਸਤਿਕਾਰ ਕਰੋ। ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ 4 ਦਰਵਾਜ਼ੇ 4 ਵਰਨ ਜਿਹੜੇ ਖੁੱਲ੍ਹੇ ਨੇ, ਉਸ ਗੱਲ ਦਾ ਕਦੇ ਟਵੀਟ ਕਰਨ ਦੀ ਹਿੰਮਤ ਕਰੋ। ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸਿੱਖ ਆ ਜਿਹੜੇ, ਉਹਨਾਂ ਦੇ ਇਤਿਹਾਸ ਨੂੰ ਯਾਦ ਕਰੋ ਕਿ ਇਸ ਦੇਸ਼ ਨੂੰ ਅੱਜ ਵੀ ਜੇ ਯਾਦ ਰੱਖਿਆ ਤੇ ਦੱਸੋ ਜਿਹੜਾ ਕ੍ਰਿਕਟਰ ਸੀਗਾ ਉਹਨੂੰ ਖਾਲਿਸਤਾਨੀ ਕਹਿਣ ਵਾਲੇ ਕੌਣ ਸੀ? ਤੇ ਤੁਸੀਂ ਉਸ ਦਾ ਜਵਾਬ ਦਿੱਤਾ ਕਿ ਉਹ ਖਾਲਿਸਤਾਨੀ ਆ, ਕਿ ਉਹ ਵੱਖਵਾਦੀ ਆ, ਅੱਜ ਵੀ ਦੇਸ਼ ਲਈ ਖੇਡ ਰਿਹਾ, ਕੱਢ ਕੇ ਬਾਹਰ ਮਾਰੋ ਉਹਨੂੰ। ਸੋ ਇਸ ਤਰ੍ਹਾਂ ਦਾ ਬਹੁਤ ਗੰਦਾ ਵਿਵਹਾਰ ਕੀਤਾ ਜਾ ਰਿਹਾ। ਮੈਨੂੰ ਬੜੀ ਸ਼ਰਮ ਆ ਰਹੀ ਹੈ ਕਿ ਉਸ ਟਵੀਟ ਦੇ ਥੱਲੇ ਇਹੋ ਜਿਹੇ ਲੋਕਾਂ ਦੇ ਕਮੈਂਟ ਨੇ। ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਕਿ ਇਸ ਦੇਸ਼ ਦੇ ਵੱਡੇ ਉੱਚ ਰੁਤਬਿਆਂ 'ਤੇ ਬੈਠੇ ਲੋਕਾਂ ਨਾਲ ਉਹਨਾਂ ਦਾ ਸੰਬੰਧ ਹੈ। ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਹਾਂ ਕਿ ਜਾਣ-ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨਾ, ਸਿੱਖਾਂ ਦੇ ਪ੍ਰਬੰਧ ਨੂੰ ਦੋਸ਼ੀ ਠਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੈ। ਕੀ ਜਿਹੜੇ ਅੱਜ ਪੰਜਾਬ ਦੇ ਅੰਦਰ ਕਿੰਨੇ ਨੌਜਵਾਨ ਆ ਜਿਹੜੇ ਇਸ ਤਿਰੰਗੇ 'ਚ ਲਿਪਟ ਕੇ ਆਉਂਦੇ ਨੇ? ਤੁਹਾਡੇ ਦੇਸ਼ ਦੇ ਵੱਲੋਂ ਕਿੰਨੇ ਸਿੱਖ ਨੁਮਾਇੰਦਗੀ ਕਰਦੇ ਨੇ? ਕਿਉਂ ਜੋੜ ਰਹੇ ਹੋ ਤੁਸੀਂ ਤਿਰੰਗੇ ਦੇ ਨਾਲ ਇਸ ਮਾਮਲੇ ਨੂੰ? ਉਸ ਬੱਚੇ ਦੇ ਮੂੰਹ ਦੇ ਉੱਤੇ ਜੇ 3 ਰੰਗ ਬਣ ਗਏ ਤੇ ਇਹਦਾ ਮਤਲਬ ਉਹ ਕਿੰਨਾ ਤਿਰੰਗਾ ਨਹੀਂ ਹੋ ਗਿਆ। ਅਸੀਂ ਫਿਰ ਇਹ ਕਹਿੰਦੇ ਹਾਂ ਕਿ ਹਰ ਅਸਥਾਨ ਦੀ ਇੱਕ ਮਰਿਆਦਾ ਹੁੰਦੀ ਆ, ਇਹਨਾਂ ਗੱਲਾਂ ਨੂੰ ਇਸ ਤਰ੍ਹਾਂ ਨਾ ਜੋੜਿਆ ਜਾਵੇ, ਕਿਉਂਕਿ ਸਿੱਖ ਜਿਹੜੇ ਆ, ਸਿੱਖਾਂ ਨੇ ਇਸ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਅਹਿਸਾਸ ਕਰੋ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੇ ਇਸ ਦੇਸ਼ ਦੀ ਬਹੁ ਗਿਣਤੀ ਲੋਕਾਂ ਦੇ ਜਨੇਊ ਨੂੰ ਬਚਾਉਣ ਵਾਸਤੇ ਕੁਰਬਾਨੀ ਕੀਤੀ। ਬੰਦਾ ਸਿੰਘ ਬਹਾਦਰ ਨੇ ਇੱਥੋਂ ਦੇ ਮੁਗਲਿਆ ਸਲਤਨਤ ਦਾ, ਜਿਵੇਂ ਕਹਿੰਦੇ ਆ, ਉਹਨਾਂ ਨੇ ਖੁਰਾ ਖੋਜ ਮਟਾਇਆ, ਇਹ ਦੇਸ਼ ਆਜ਼ਾਦ ਹੋਣ ਦਾ ਰਸਤਾ ਬਣਾਇਆ। ਸਾਡੇ ਸਿੱਖ ਯੋਧਿਆਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਦਿੱਲੀ ਤੋਂ ਉਹਨਾਂ ਮੁਗਲਾਂ ਦਾ ਰਾਜ ਖਤਮ ਕੀਤਾ। ਅੱਜ ਭੁੱਲ ਗਏ ਹੋ? ਸਿੱਖਾਂ ਦੀ ਇਸ ਕੁਰਬਾਨੀ ਨੂੰ ਨਾ ਭੁੱਲੋ। ਇਹ ਟਵੀਟ ਕਰਨ ਨਾਲ ਸਿੱਖਾਂ ਦੀ ਉਸ ਕੁਰਬਾਨੀ ਨੂੰ ਨਹੀਂ ਘੱਟ ਕਰ ਸਕਦੇ। ਦੇਸ਼ ਲਈ ਤੁਸੀਂ ਖਤਰਾ ਬਣ ਰਹੇ ਹੋ ਜਿਹੜੇ ਲੋਕ ਇਸ ਤਰ੍ਹਾਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਸਾਜ਼ਿਸ਼ਾਂ ਕਰ ਰਹੇ ਨੇ। ਮੈਂ ਕਲੀਅਰ ਕਹਿ ਦੇਣਾ ਚਾਹੁੰਦਾ ਹਿੰਦੁਸਤਾਨ ਦੀ ਸਰਕਾਰ ਨੂੰ, ਇਹਨਾਂ ਸਾਜ਼ਿਸ਼ਾਂ ਨੂੰ ਨੱਥ ਪਾਓ, ਇਹਨਾਂ ਸਾਜ਼ਿਸ਼ਾਂ ਵਿੱਚ ਸ਼ਾਮਲ ਨਾ ਹੋਵੋ, ਕਿਉਂਕਿ ਸਿੱਖ ਜਿਹੜੇ ਆ ਉਹ ਆਪਣੇ ਦੇਸ਼ ਦੇ ਲਈ, ਇਸ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ। ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਦੇਸ਼ ਦੇ ਵਿੱਚ ਸਿੱਖਾਂ ਲਈ ਨਿਆਂ ਨਹੀਂ ਹੈ। ਇਸ ਗੱਲ ਨੂੰ ਮੈਂ ਕਹਿਣ 'ਚ ਕੋਈ ਗੁਰੇਜ਼ ਨਹੀਂ ਕਰਦਾ, ਪਰ ਇਹ ਸਿੱਖਾਂ ਨੂੰ ਇਸ ਤਰ੍ਹਾਂ ਵੱਖਵਾਦੀ ਕਰਕੇ ਇਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਾ ਕਰੋ। ਇਹਨਾਂ ਨੂੰ ਦੂਰ ਕਰੋਗੇ ਤੁਸੀਂ ਦੇਸ਼ ਦੀ ਇਸ ਪ੍ਰਭੂ ਸੱਤਾ ਆਜ਼ਾਦੀ ਤੋਂ ਦੂਰ ਹੋ ਜਾਓਗੇ।